ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪੂਰੇ ਗੁਰ ਕੀ ਪੂਰੀ ਸੇਵਾ। ਇਹ ਭਾਈ ਪੂਰਨ ਗੁਰੂ ਸਾਹਿਬ ਜੀ ਦੀ ਕੀਤੀ ਜੋ ਟਹਿਲ ਹੈ, ਇਹ ਪੂਰਨ ਥਾਈ ਪੈਂਦੀ ਹੈ। ਆਪੇ ਆਪ ਵਰਤੈ ਸੁਆਮੀ। ਮਾਲਕ ਪਰਮਾਤਮਾ ਆਪੇ ਆਪ ਹੀ ਸਭ ਦੇ ਵਿੱਚ ਵਰਤ ਰਿਹਾ ਹੈ। ਕਾਰਜ ਰਾਸ ਕੀਆ ਗੁਰਦੇਵਾ। ਪੂਜਨੀਕ ਸਤਿਗੁਰਾਂ ਨੇ ਅਗਿਆਨ ਦੀ ਨਿਵਰਤੀ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਜੋ ਕੰਮ ਉਹ ਸਫਲਾ ਕਰ ਦਿੱਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਆਦ ਮਦ ਪ੍ਰਭ ਅੰਤ ਸੁਆਮੀ। ਜੋ ਮਾਲਕ ਪਰਮਾਤਮਾ ਹੈ ਉਹ ਸੰਸਾਰ ਦੇ ਮੁੱਢ ਵਿੱਚ ਅਧਿਸ਼ਟਾਨ ਮੱਧ ਵਿਚਾਲੇ ਵਿਆਪਕ ਰੂਪ ਅਤੇ ਅੰਤ ਅਖੀਰ ਨੂੰ ਸਿਧਾਂਤ ਰੂਪ ਹੈ। ਆਪਣਾ ਥਾਟ ਬਣਾਇਓ ਆਪ। ਉਸਨੇ ਆਪ ਦਾ ਸੰਸਾਰ ਰੂਪ ਥਾਟ ਆਪ ਹੀ ਬਣਾਉਣਾ ਕੀਤਾ ਹੈ। ਇਸੇ ਪ੍ਰਕਾਰ ਆਪਣਾ ਥਾਟ ਬਣਾਇਓ ਆਪ। ਜਿਸ ਨੂੰ ਆਪਣਾ ਬਣਾ ਲਿਆ ਹੈ ਉਸ ਦੇ ਅੰਦਰ ਸ਼ੁਭ ਗੁਣ ਬ੍ਰਹਮ ਗਿਆਨ ਦਾ ਥਾਟ ਬਣਾ ਦਿੱਤਾ ਹੈ। ਆਪਣੇ ਸੇਵਕ ਕੀ ਆਪੇ ਰੱਖੈ। ਇਹ ਭਾਈ ਆਪ ਦੇ ਸੇਵਕ ਦਾਸ ਦੀ ਪੈਜ ਪਰਮਾਤਮਾ ਆਪ ਹੀ ਰੱਖਦਾ ਹੈ। ਆਪਣੇ ਸੇਵਕ ਕੀ ਆਪੇ ਰੱਖੈ। ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕੀ। ਤਾਹਾਂ ਤਾਹਾਂ ਉਠ ਧਾਵੈ ਸੇਵਕ ਕਉ ਨਿਕਟੀ ਹੋਏ ਦਿਖਾਵੈ। ਜੋ ਜੋ ਕਹਿ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ। ਆਪਦੇ ਦੇ ਸੇਵਕ ਦਾਸ ਦੀ ਪੈਜ ਆਪ ਰੱਖਦਾ ਹੈ। ਨਾਮ ਭਰਿਓ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ। ਪ੍ਰਭ ਮੇਰੇ ਕੋ ਵਡ ਪ੍ਰਤਾਪ। ਮੇਰੇ ਪਰਮਾਤਮਾ ਦਾ ਬਹੁਤ ਵੱਡਾ ਤੇਜ ਪ੍ਰਭਾਵ ਹੈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ। ਉਹ ਜਿਹੜਾ ਪਰਮਾਤਮਾ ਹੈ ਪਾਪਾਂ ਦੇ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਵੱਡਾ ਈਸ਼ਵਰ ਅਤੇ ਸਤਿਗੁਰੂ ਸਰੂਪ ਹੈ। ਵਸ ਕੀਨੇ ਜਨ ਸਗਲੇ ਜਨਤਾ। ਜਿਸ ਵਾਹਿਗੁਰੂ ਜੀ ਨੇ ਸਾਰੇ ਜੀਆ ਜੰਤ ਆਪਣੇ ਅਧੀਨ ਕੀਤੇ ਹੋਏ ਹਨ। ਚਰਨ ਕਮਲ ਨਾਨਕ ਸਰਣਾਈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਅਸੀਂ ਉਸ ਪਰਮਾਤਮਾ ਦੇ ਚਰਨ ਕਮਲਾਂ ਦੀ ਓਟ ਦੇ ਵਿੱਚ ਪਏ ਹੋਏ ਹਾਂ। ਰਾਮ ਨਾਮ ਜਪ ਨਿਰਮਲ ਮੰਤਾ। ਹਰ ਗੁਰਾਂ ਦੁਆਰਾ ਉਸ ਪਰਮਾਤਮਾ ਦੇ ਉਜਲ ਨਾਮ ਰੂਪ ਮੰਤਰ ਨੂੰ ਜਪਣਾ ਕੀਤਾ ਹੈ। ਜਾਂ ਇਸੇ ਪ੍ਰਕਾਰ ਰਾਮ ਨਾਮ ਜਪ ਨਿਰਮਲ ਮੰਤਾ। ਰਾਮ ਨਾਮ ਰੂਪ ਮੰਤਰ ਨੂੰ ਜਪ ਕੇ ਉਜਲ ਜੀਵਨ ਵਾਲੇ ਹੋਏ ਹਾਂ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਬਿਲਾਵਲ ਰਾਗ ਵਿੱਚ ਇਹ ਸ਼ੁਭ ਪਾਵਨ ਫਰਮਾਨ ਕਰਦੇ ਨੇ। ਤਾਪ ਪਾਪ ਤੇ ਰਾਖੀ ਆਪ
ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਦਾ ਸ਼ਬਦ ਇਹ ਉਚਾਰਿਆ ਕਿ ਇਹ ਭਾਈ ਜੋ ਤਾਪ ਬੁਖਾਰ ਅਤੇ ਪਾਪ ਵਿਘਨ ਪਾਉਣ ਵਾਲਿਆਂ ਤੋਂ ਪਰਮਾਤਮਾ ਨੇ ਹੀ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਰੱਖ ਲਿਆ ਹੈ। ਇਸੇ ਪ੍ਰਕਾਰ ਤਾਪ ਪਾਪ ਤੇ ਰਾਖੇ ਆਪ, ਆਦਿ ਵਿਆਧੀ ਅਰ ਉਪਾਧੀ ਆਦਿਕ ਤਾਪ ਤੇ ਮੰਦ ਕਰਮਾਂ ਤੋਂ ਪਰਮਾਤਮਾ ਨੇ ਆਪ ਹੀ ਗੁਰਸਿੱਖਾਂ ਨੂੰ ਬਚਾ ਕੇ ਰੱਖ ਲਿਆ ਹੈ। ਤਲ ਪਾਏ ਗੁਰ ਚਰਣੀ ਲਾਗੇ, ਮਤਲਬ ਜੋ ਵੀ ਗੁਰਾਂ ਦੇ ਚਰਨ ਕਮਲਾਂ ਨਾਲ ਲੱਗੇ ਨੇ, ਭਾਵੇਂ ਤੁਸੀਂ ਮਿਲ ਜਾਓ, ਉਹ ਸ਼ਾਂਤ ਹਿਰਦੇ ਵਾਲੇ ਹੋਏ ਹਨ। ਕਿਉਂਕਿ ਰਾਮ ਨਾਮ ਹਿਰਦੇ ਮਹਿ ਜਾਪ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੁਆਰੇ ਦੇ ਅੰਦਰ ਬੈਠ ਕੇ ਮੋਬਾਈਲ ਵੇਖਣ ਦੀ ਮਨਾਹੀ ਹੈ। WhatsApp Facebook ਆਪਦੇ ਘਰ ਚਲਾਓ। ਨੀਂਦ ਵੀ ਛੱਡੀ ਹੈ, ਠੰਡ ਦੇ ਵਿੱਚ ਘਰਦਿਆਂ ਦਾ ਵੀ ਕੁਝ ਨਹੀਂ ਸਵਾਰਿਆ, ਢੋਲ ਕੇ WhatsApp ਘੁਮਾਈ ਜਾਣੀ, ਇਹ ਕੋਈ ਚੰਗਾ ਕੰਮ ਨਹੀਂ ਹੈ। ਮੇਰੀ ਬੇਨਤੀ ਹੈ ਵੀ ਮਹਾਰਾਜ ਕੀ ਆਂਦੇ ਨੇ, ਪਿਆਰ ਨਾਲ ਸੁਣੋ। ਰਾਮ ਨਾਮ, ਰਾਮ ਨਾਮ ਹਿਰਦੇ ਮਹਿ ਜਾਪ, ਉਹ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਨੂੰ ਆਪਦੇ ਹਿਰਦੇ ਵਿੱਚ ਜਪਦੇ ਹਨ। ਸੋ ਮਹਾਰਾਜ ਨੇ ਆਖਿਆ ਮਨ ਮੈਂ ਰਾਮ ਨਾਮ ਜਾਪ। ਇਹ ਭਾਈ ਆਪਦੇ ਮਨ ਦੇ ਵਿੱਚ ਰਾਮ ਦੇ ਨਾਮ ਦਾ ਜਾਪ ਜਪੋ। ਕਿਸੇ ਵੀ ਕੰਮ ਦਾ ਕੋਈ ਟਾਈਮ ਹੁੰਦਾ ਹੈ, ਤੋ ਇਸ ਵਾਸਤੇ ਇਹ ਜਿਹੜਾ ਟਾਈਮ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ ਦਾ ਟਾਈਮ ਹੈ। 8 ਵਜੇ ਤੋਂ ਬਾਅਦ ਫਿਰ ਸਾਡੇ ਕੰਮ ਕਾਰ ਸ਼ੁਰੂ ਹੋ ਜਾਣਗੇ। ਤੇ ਇਸ ਵਾਸਤੇ ਮੈਂ ਵੇਖਿਆ ਫੈਕਟਰੀਆਂ ਦੇ ਵਿੱਚ ਜਾਂ ਕਿਤੇ ਵੀ ਕਾਰੋਬਾਰੀ ਜਗ੍ਹਾ ਤੇ ਜਦੋਂ ਵੀ ਕੋਈ ਨੌਕਰੀ ਪੇਸ਼ੇ ਵਾਲਾ ਪਹੁੰਚਦਾ, ਉਹਦਾ ਮੋਬਾਈਲ ਉੱਥੇ ਕਾਊਂਟਰ ਤੇ ਜਮ੍ਹਾਂ ਕਰ ਲੈਂਦੇ ਨੇ, ਕਹਿੰਦੇ ਜਾਂਦੀ ਬਾਕੀ ਲੈ ਜਾਇਓ। ਤੇ ਜੇ ਬੰਦੇ ਦੇ ਹੱਥ 'ਚ ਮੋਬਾਈਲ ਰਿਹਾ ਤੇ ਫਿਰ ਇਹਨੇ ਕੰਮ ਕੀ ਕਰਨਾ? ਕਿਸੇ ਦਾ ਫੋਨ ਆ ਗਿਆ, ਕੁਛ ਵੇਖਣ ਲੱਗ ਪਿਆ। ਤੋ ਇਸ ਵਾਸਤੇ ਇਹ ਸਮਾਂ ਵਾਹਿਗੁਰੂ ਦੇ ਨਾਮ ਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜਾ ਭਾਈ ਰਾਮ ਦੇ ਨਾਮ ਨੂੰ ਹਿਰਦੇ ਵਿੱਚ ਜਪਦਾ ਹੈ, ਉਹ ਸੀਤਲ ਹੋ ਜਾਂਦਾ। ਗੁਰਾਂ ਦੇ ਚਰਨਾਂ ਨਾਲ ਲੱਗਣ ਤੋਂ ਜਿਹੜਾ ਮਨ ਹੈ ਠੰਡਾ ਠਾਰ ਹੋ ਜਾਂਦਾ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਕਰ ਕਿਰਪਾ ਹਸਤ ਪ੍ਰਭ ਦੀਨੇ। ਪਰਮਾਤਮਾ ਨੇ ਆਪ ਦੀ ਕਿਰਪਾ ਮਿਹਰ ਕਰਕੇ ਸਾਡੇ ਮੱਥੇ ਤੇ ਆਪ ਦੇ ਹੱਥ ਦੇਣਾ ਕੀਤੇ ਹਨ, ਕਿਰਪਾ ਰੂਪੀ ਹੱਥ ਦਿੱਤੇ ਹਨ। ਜੰਗ ਤੇ ਉਤਾਰ ਨਵਖੰਡ ਪ੍ਰਤਾਪ, ਉਹ ਪਰਮਾਤਮਾ ਸਾਰੇ ਜਗਤ ਨੂੰ ਤਾਰਨ ਵਾਲਾ, ਅਰ 9 ਖੰਡਾਂ ਵਿੱਚ ਹੀ ਉਹਦਾ ਤੇਜ ਪ੍ਰਭਾਵ ਇਕਬਾਲ ਫੈਲਿਆ ਹੋਇਆ ਹੈ। ਦੁੱਖਾਂ ਬਿਨ ਸੇ ਸੁਖ ਆਨੰਦ ਪਰਵੇਸਾਂ, ਸਾਡੇ ਜੰਮਣ ਮਰਨ ਆਦਿਕ ਦੇ ਦੁੱਖ ਕਸ਼ਟ ਨਾਸ਼ ਹੋ ਗਏ ਨੇ। ਸੁਖ ਸਰੂਪ ਤੇ ਬ੍ਰਹਮਾਨੰਦ ਹਿਰਦੇ ਅੰਦਰ ਆਗਮਨ ਹੋਇਆ ਹੈ। ਕ੍ਰਿਸ਼ਨ ਬੁਝੀ ਮਨ ਤਨ ਸਚ ਤ੍ਰਾਪ, ਪਦਾਰਥ ਆਦਿਕ ਦੀ ਜੋ ਤ੍ਰਿਸ਼ਨ ਪ੍ਰਾਪਤੀ ਦੀ ਪ੍ਰਬਲ ਇੱਛਾ, ਇਹ ਵੀ ਬੁਝੀ ਮਿਟ ਗਈ, ਨਿਵਰਤ ਹੋ ਗਈ ਹੈ। ਅਤੇ ਮਨ ਤਨ ਵਿੱਚ ਸੱਚੇ ਨਾਮ ਰੂਪ ਭੋਜਨ ਨੂੰ ਖਾਣੇ ਕਰਕੇ ਅਸੀਂ ਰਜ ਗਏ ਹਾਂ। ਨਾਥ ਕੋ ਨਾਥ ਸਰਨ ਸਮਰਥਾ, ਉਹ ਪਰਮਾਤਮਾ ਯਤੀਮਾਂ ਦਾ ਮਾਲਕ ਹੈ, ਅਰ ਓਟ ਵਿੱਚ ਆਇਆਂ ਦੀ ਰੱਖਿਆ ਕਰਨ ਨੂੰ ਸਰਬ ਸ਼ਕਤੀਮਾਨ ਹੈ। ਸਗਲ ਸ੍ਰਿਸ਼ਟ ਕੋ ਮਾਈ ਬਾਪ, ਪਰ ਸਾਰੀ ਸ੍ਰਿਸ਼ਟੀ ਦਾ ਉਹ ਮਾਈ ਬਾਪ ਹੈ। ਕਈ ਵਾਰ ਆਪਾਂ ਨੌਕਰੀ ਦੇ ਲਾਲਚ ਵਿੱਚ ਆਫੀਸਰਾਂ ਨੂੰ ਮਾਈ ਬਾਪ ਕਹਿੰਦੇ ਆ।
पर सारियां दी मां ते प्यो वो अकाल पुरख सर्व शक्तिमान यतीमां दा मालक है ते गुरु साहब ने बन के भी दिखाया है। आपदा सरबंस कुर्बान कर देना ये कोई छोटी बात नहीं है। हिंदुस्तान की जनता सारे बच्चों नूं यतीम होने तो बचा के आप माई बाप बने। छोटी उम्र 8.5 साल की अवस्था आपदे पिता नूं श्री गुरु तेग बहादुर महाराज साहब जी का शहीदी गुरपुरब सीगा। हरेक गुरु घर दे विच संगतां उत्साह दे नाल मनाया। आप गुरु साहब नूं तोरिया। फिर उस तो बाद अमृत छका के खालसा पंथ प्रगट किया। खालसा अकाल पुरख की फौज कह के नवाजिया ते जुलमी तलवार का मुकाबला कर दिया। जुलम की तलवार नूं खुंडिया कर दिता है। छोटे साहिबजादियां ने तां कमाल ही कर दी। छोटी जी उम्र दे विच जालम लोग घबरा गए। उन्हां दे पैरां हेठों जमीन निकल गई जब बच्चियां दा जवाब सुनिया। कहंदे तुहाडे लालच पर साडी जुती, जो मर्जी कर लो। तो इस वास्ते गुरु साहब ने आपदी साहिबजादे सरबंस वार के वेखो माई बाप बन के दिखाया है। गुरु बनना कोई सौखा नहीं है। अजकल जिहड़ा भी उठता है संत खमाउणा दे पासे रिहा, गुरु ही बन के बैठते ने। घर घर होए बह है रामा, पर गुरु का फर्ज जी निभाया है ते कलगियां वाले पातशाह श्री गुरु गोबिंद सिंह साहब ने निभाया है। जद कोठा सिंह ते मदन सिंह जिहड़े गढ़ी दे दरवाजे दे पहरेदार सन, उन्होंने जवाब दिता भी आपां दरवाजा नहीं खोलना। गुरु साहब नूं कह दिओ भी आपां दरवाजा नहीं खोलना। महाराज कहंदे हाँ भी क्यों नहीं खोलना? कहंदे साडे हुंदियां साहिबजादे आपां बाहर नहीं जाण देणे। महाराज कहंदे तुसीं कौन हो? ये तो मेरे साहिबजादे हो गए ते तुसीं भी तां साहिबजादे ही हो। गुरु घर विच सारियां नूं इक्को जिहा ही है, खोल दो दरवाजा। नहीं महाराज असीं अजे जिउंदे हां। महाराज कहंदे तुहानूं क्या खोल दिओ। बाबा अजीत सिंह बाबा जुझार सिंह जी आपदी मर्जी नाल खुशी नाल गुरु साहब की आग्ञा लैके तो उन्हें रोंदियां होइयां दरवाजा खोलिया। कोठा सोंदे मदन सिंह ने वारी वारी 5 सिंघां दा जथा लैके ते एहो जी तलवार वाही कि अज तक जालम याद करते हैं। चमकौर की गढ़ी इस गल की गवाही भरती है। तो इस वास्ते माई बाप का होना बड़ा सौखा है, पर फर्ज निभाना बड़ा औखा है। तुसी मां की कुर्बानी वेखो, प्यो दे फर्ज वेखो। गुरु साहब ने सारे फर्ज नूं निभाया है। फिर एक नहीं, 2 बच्चियां दे नहीं, आप यतीम हो गए। हिंदुस्तान के बच्चों को यतीम होने तो बचा के आप माई बाप बने। सारी सृष्टि दुनिया दे माई बाप माता पिता हन, तो मात पिता हम बारक तेरे, तुमरी कृपा में सुख कनेरे। गुरु के लंगरां विचों जिथे जिथे भी मैं गया मैं वाच किया है। मैं पूछया, मैं कहा भी साडे लोग तां इत्थे आउंदे ने कमाई करन, ते ये लोग लंगर दे विचों डेली बिल्कुल टाइम से उथे हांगकांग भी चाइनीज लोग पैना पुल थले ते लंगर दे विच पूरे टाइम से कहंदे जी ये मेहनत नहीं करते, काम नहीं करते। जो माड़ा मोटा हुंदा गोलियां नशे दियां खा लेंदे। तो ऐसे जोड़े गरीब गुरगे उन्हां कंट्रियां डेवलप कंट्रियां च भी लोग ने, गोरे की चाइनीज की चरना विच आपदी लोड़ पूरी करते हैं। तो इस वास्ते मां प्यो जो हुंदा है वो सबना नूं एक सार
रख के उन्हां दा ख्याल रखदा। सो गुरु घर दे विच कोई हिंदू नहीं, कोई मुस्लिम नहीं, किसी प्रकार का जाति तौर पर धार्मिक तौर पर कोई भिन्न भेद वितकरा नहीं किया जाता। पंगत दे विच एक सार आ हुण किसानां दा धरना लगा होया, वो लोग मन गए ने, कहंदे भी ये तां सानूं रोटियां खवा रहे ने, आपां पानी दीयां बछाड़ां पा रहे हैं, इन्हां अगे रोकां ला रहे हैं, इन्हां नूं डंडे मार रहे हैं, ते इह अगों कहंदे प्रशादा छकना। दसो वो जिन्हां काला कानून अंधा कानून बनाया उन्हां नूं भी कहंदे भी लो भाई प्रसाद पानी छको। ये गुरु महाराज की मर्यादा है। सो सारी सृष्टि इहदे तो भरोसा आउंदी है, इसलिए सारी सृष्टि दे वो माई बाप हन। अनाथ कुनाथ शरण समरथा, यतीमां दे मालक ने, ओट आयां दी रख्या करनो सर्व शक्तिमान ने। बाहें जिन्हां दी पकड़ी है, सिर दीजै बाहें न छोड़ी है। सगल सृष्टि को माई बाप, और सारी सृष्टि दुनिया दा माता पिता एक वाहिगुरु अकाल पुरख ही है। जिहड़े दुनियावी माँ प्यो ने, वेखो आपां कित्थे बैठे हैं, साडे माँ प्यो कित्थे ने। बंदा चाह के भी लोड़ नहीं पूरी कर सकता, तो फिर गुरु महाराज अकाल पुरख ही है, जिहड़ा हर थां दे हर मौके जय मात पिता सुत मीत न भाई, मन ऊहा नाम तेरा संग सहाई, सहायता करनु समर्थ है। भगत वचल पै पंजन स्वामी, वो परमात्मा भगती करने वालियां दा प्यारा, जमन मरण काल दे डर नूं नाश करने वाला है, अते सब दा स्वामी मालक है। गुण गावत नानक आलाप, सतगुरु महाराज साहब कथन करते कि असीं उसके गुणां नूं रागां द्वारा उच्चारण करके ये गायन करते हाँ। बिलावल महला पंजवा, सतगुरु पंजवें पातशाह श्री गुरु अर्जन देव जी बिलावल राग विच ये अगला शब्द उचार रहे हैं। जिस ते उपजिया तिसै पछान, ये भाई जिस वाहिगुरु तो तू पैदा होया है, उहदे स्वरूप नूं गुरां द्वारा पहचानना कर। पार ब्रह्म परमेश्वर त्याया, क्योंकि जितने भी पापा पुना तो परे व्यापक ते वड्डे ईश्वर प्रभु नो गुरां द्वारा सिमरना कीता है। कुशल खेम होए कल्याण, ਉਹਨੂੰ ਕੁਸਲ ਸੁਖ ਖੇਮ ਰੱਖਿਆ ਅਤੇ ਕਲਿਆਣ ਮੋਖ ਆਦਿਕ ਫਲ ਪ੍ਰਾਪਤ ਹੋਏ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗੁਰ ਪੂਰਾ ਪੇਟਿਓ ਬੜ ਪੌਗੀ, ਸੋਰਠ ਮਹੱਲਾ ਪੰਜਵਾ। गुर पूरा पेटियो वड भागी, मन है पाया परगासा, कोई न पहुँचन हारा दूजा, अपने साहिब का परवासा। अपने सतगुर के बलिहार, आगे सुख पाशे सुख सहजा, घर आनंद हमारे। वड्डियां भागां करके पूरे गुरु श्री गुरु नानक देव जी, श्री गुरु तेग बहादुर, गुरु गोबिंद सिंह साहब जी मिलते हैं ते आपां नूं मिले ने। अंतर जामी सुगुड़ सुजान, जो गुरु सब दे अंदर दी जानन वाला, गुर सिखां दे अंदर श्रेष्ठ शुभ गुणां दी घाड़त नूं घड़न वाला, सुजान सियाणा या श्रेष्ठ ब्रह्म ज्ञान दी समझ देण वाला है। हाथ दे राखे कर अपने, गुरु अपना कृपा रूप हथ दे के आप दे सेव करके रखदा है। बड़ समर्थ निमानिया को मान, गुरु वड्डा
ਸਰਬ ਸ਼ਕਤੀਮਾਨ ਅਤੇ ਮਾਨ ਤੋਂ ਹੀਣਿਆਂ ਦਾ ਸਤਿਕਾਰ ਰੂਪ ਹੈ। ਭ੍ਰਮ ਭੈ ਬਿਨ ਸਗਏ ਖਿਨ ਪੀਤਰ, ਜਿਹੜੇ 5 ਪ੍ਰਕਾਰ ਦੇ ਭਰਮ ਅਰ 7 ਪ੍ਰਕਾਰ ਦੇ ਡਰ ਸਨ, ਇੱਕ ਖਿਨ ਮਤ ਸਮੇਂ ਵਿੱਚ ਹੀ ਨਾਸ਼ ਹੋ ਗਏ ਹਨ। ਅੰਧਕਾਰ ਪ੍ਰਗਟੇ ਚਾਨਣ, ਹਰ ਅਗਿਆਨ ਦੇ ਹਨੇਰੇ ਵਾਲੇ ਅੰਤःਕਰਨ ਵਿੱਚ ਗਿਆਨ ਦੇ ਪ੍ਰਕਾਸ਼ ਪ੍ਰਭੂ ਜੀ ਸਾਖਸ਼ਾਤ ਹੋ ਗਏ ਨੇ। ਸਾਸ ਸਾਸ ਆਰਾਧਿ ਨਾਨਕ, ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਹੇ ਭਾਈ, ਉਸ ਐਸੇ ਸਮਰੱਥ ਗੁਰੂ ਪ੍ਰਭੂ ਨੂੰ ਹਰੇਕ ਸਵਾਸ ਦੇ ਵਿੱਚ ਸਿਮਰਨ ਕਰੀਏ ਅਤੇ ਸਦਾ ਸਦਾ ਜਾਈਏ ਕੁਰਬਾਨ, ਹਮੇਸ਼ਾ ਹਮੇਸ਼ਾ ਉਹਦੇ ਉੱਪਰੋਂ ਕੁਰਬਾਨ ਬਲਿਹਾਰ ਜਾਣਾ ਕਰੀਏ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸਾਹਿਬ ਬਿਲਾਵਲ ਰਾਗ ਵਿੱਚ ਸ਼ੋਭਾਵਨ ਇਹ ਸ਼ਬਦ ਉਚਾਰ ਰਹੇ ਨੇ। ਦੋਵੈ ਤਾਬ ਰੱਖੇ ਗੁਰ ਸੂਰੇ, ਇਹ ਭਾਈ ਕਾਮ ਆਦਿਕ ਵਿਕਾਰਾਂ ਅਤੇ ਮਨ ਉੱਪਰ ਫਤਿਹ ਪਾਉਣ ਵਾਲੇ ਗੁਰੂ ਸੂਰਮੇ ਨੇ ਸਿੱਖਾਂ ਜਾਂ ਸਾਡੇ ਲੋਕ ਪਰਲੋਕ ਰੂਪ ਦੋਵੇਂ ਥਾਂ ਰੱਖ ਲਏ ਹਨ। ਭਾਵ ਲੋਕ ਪਰਲੋਕ ਵਿੱਚ ਪੈਜ ਇੱਜ਼ਤ ਰੱਖ ਕੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਬਖਸ਼ਿਸ਼ ਕੀਤੀ ਹੈ। ਇਸੇ ਪ੍ਰਕਾਰ ਦੋਵੈ ਥਾਵ ਰੱਖੇ ਗੁਰ ਸੂਰੇ, ਸੁਲਹੀ ਖਾਂ ਤੇ ਸੁਲਭੀ ਖਾਂ ਥਾਂ ਹੀ ਰੱਖ ਦਿੱਤੇ ਦੋਵੇਂ, ਚਾਚਾ ਭਤੀਜਾ। ਭਾਵ ਗੁਰੂ ਤੱਕ ਨਾ ਪਹੁੰਚ ਸਕੇ ਅੰਮ੍ਰਿਤਸਰ ਸ਼ਹਿਰ ਜੀ ਆਪ ਸ੍ਰੀ ਗੁਰੂ ਨਾਨਕ ਦੇਵ ਸੂਰਮੇ ਨੇ ਰੱਖਿਆ ਕੀਤੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜ਼ਬਾਨ ਹੀ ਤੋਪ ਦਾ ਗੋਲਾ ਹੈ, ਕੋਈ ਹਥਿਆਰ ਦੀ ਲੋੜ ਨਹੀਂ। ਤੋ ਜਿਹੜਾ ਗੁਰੂ ਨਾਨਕ ਸਾਹਿਬ ਨੇ, ਗੁਰੂ ਰਾਮਦਾਸ ਨੇ ਗੁਰੂ ਘਰ ਦੇ ਵਿੱਚ ਬਖਸ਼ਿਸ਼ ਕੀਤੀ ਹੋਈ ਹੈ ਤੇ ਉਹਦੇ ਕਰਕੇ ਇਹਨਾਂ ਦੋਵਾਂ ਜ਼ਾਲਮਾਂ ਤੋਂ ਰੱਖਿਆ ਹੋਈ ਹੈ। ਨਹੀਂ ਤੇ ਇਹਨਾਂ ਦਾ ਵਸ ਚੱਲਦਾ, ਇਹਨਾਂ ਅੰਮ੍ਰਿਤਸਰ ਨੂੰ ਉਜਾੜ ਸੁੱਟਣਾ ਸੀ। ਇਸੇ ਤਰ੍ਹਾਂ ਦੋਵੈ ਤਾਵ ਰੱਖੇ ਗੁਰ ਸੂਰੇ, ਅੰਤःਕਰਨ ਰੂਪੀ ਥਾਂ ਦੇ ਵਿੱਚੋਂ ਰਾਗ ਤੇ ਦਵੈਕ ਦੋਵੇਂ ਰੋਕ ਕੇ ਰੱਖ ਦਿੱਤੇ ਹਨ। ਐਸੇ ਗੁਰੂ ਸੂਰਮੇ ਹਨ। ਇਸੇ ਪ੍ਰਕਾਰ ਦੋਵੈ ਤਾਵ ਰੱਖੇ ਗੁਰ ਸੂਰੇ, ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ। ਇੱਥੇ ਵੀ ਗੁਰੂ ਨੂੰ ਸੂਰਮਾ ਆਖਿਆ ਹੈ। ਬੁਰਾ ਅਤੇ ਭਲਾ ਅਧਿਆਸ ਰੂਪ ਦੋਵੇਂ ਤਾਂ ਗੁਰੂ ਸੂਰਮੇ ਨੇ ਰੋਕ ਕੇ ਰੱਖ ਦਿੱਤੇ ਹਨ। ਸੋ ਇਸੇ ਤਰ੍ਹਾਂ ਦੋਵੈ ਤਾਵ ਰੱਖੇ ਗੁਰ ਸੂਰੇ, ਅਗਿਆਨ ਦੀ ਅਭਾਨਾਵਾਦ ਸ਼ਕਤੀ ਜੋ ਪ੍ਰਮਾਤਮਾ ਪ੍ਰਤੀਤ ਨਹੀਂ ਹੋਣ ਦਿੰਦੀ ਤੇ ਅਸਤਵਾਪਾਦ ਸ਼ਕਤੀ ਜੋ ਪ੍ਰਮਾਤਮਾ ਹੈ ਹੀ ਨਹੀਂ, ਇਸ ਤਰ੍ਹਾਂ ਸੋ ਇਹ ਹਨੇਰੇ ਵਿੱਚ ਰੱਖਦੀ ਹੈ। ਇਹ ਦੋਵੇਂ ਥਾਂ ਰੋਕ ਕੇ ਰੱਖੇ ਹਨ। ਇਸੇ ਪ੍ਰਕਾਰ ਦੋਵੈ ਤਾਵ ਰੱਖੇ ਗੁਰ ਸੂਰੇ, ਜੰਮਣ ਤੇ ਮਰਨ ਰੂਪੀ ਦੋਵੇਂ ਥਾਂ ਗੁਰੂ ਸੂਰਮੇ ਨੇ ਰੋਕ ਕੇ ਰੱਖੇ ਨੇ। ਦਵੈਤ ਰੂਪੀ ਥਾਂ ਤੋਂ ਰੱਖਿਆ ਕੀਤੀ ਹੈ। ਹਲਤ ਪਲਤ ਪਾਰ ਬ੍ਰਹਮ ਸਵਾਰੇ, ਗੁਰੂ ਦੀ ਓਟ ਕਰਕੇ ਪਰਮਾਤਮਾ ਨੇ ਆਪਣੇ ਸੇਵਕਾਂ ਦੇ ਲੋਕ ਅਤੇ ਪਰਲੋਕ ਦੇ ਸਾਰੇ ਕਾਰਜ ਸੰਵਾਰ ਦਿੱਤੇ ਹਨ। ਕਾਰਜ ਹੋਏ ਸਗਲੇ ਪੂਰੇ, ਉਹਨਾਂ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਆਦਿ ਦੇ ਸਾਰੇ ਕੰਮ ਸੰਪੂਰਨ ਹੋਏ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਹਰ ਨਾਮ ਜਪਤ ਸੁਖ ਸਹਿਜੇ, ਹਰੇ ਭਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਦਿਆਂ ਸੁਭਾਵਿਕ ਹੀ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਮੱਜਨ ਹੋਵਤ ਸਾਧੂ ਧੂਰੇ,
ਹਰ ਸ੍ਰੇਸ਼ਟ ਸੰਤ ਜਨਾਂ ਦੇ ਚਰਨ ਧੂੜੀ ਕਰਕੇ ਤੀਰਥਾਂ ਦਾ ਇਸ਼ਨਾਨ ਹੁੰਦਾ ਹੈ। ਆਵਣ ਜਾਣ ਰਹੇ ਤਿਤ ਪਾਈ। ਪਰਮਾਤਮਾ ਦੇ ਸੇਵਕ ਜਨਮ ਧਾਰ ਕੇ ਆਉਣ ਤੇ ਮਰ ਕੇ ਜਾਣ ਵੱਲੋਂ ਰਹਿਤ ਹੋ ਗਏ, ਉਹਨਾਂ ਨੇ ਤੁਰਿਆ ਸਰੂਪ ਰੂਪੀ ਪਦ ਵਿੱਚ ਸਥਿਤੀ ਪਾਈ ਹੈ। ਜਨਮ ਮਰਨ ਕੇ ਮਿਟੇ ਬਿਸੂਰੇ। ਪਰ ਉਹਨਾਂ ਦੇ ਜੰਮਣ ਮਰਨ ਦੇ ਝੋਰੇ ਵੀ ਮਿਟ ਗਏ, ਨਿਵਰਤ ਹੋ ਗਏ ਹਨ। ਭਰਮ ਪੈ ਤਰੇ ਛੁੱਟੇ ਪੈ ਜਮ ਕੇ। ਸੇਵਕ ਜਨ ਭਰਮ ਤੇ ਡਰ ਵਾਲੇ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਉਹ ਯਮਦੂਤਾਂ ਧਰਮਰਾਜੇ ਦੇ ਡਰ ਤੋਂ ਵੀ ਛੁੱਟ ਗਏ ਹਨ। ਘਟ ਘਟ ਏਕ ਰਹਿਆ ਭਰਪੂਰੇ। ਪਰ ਉਹਨਾਂ ਨੇ ਚਾਰੇ ਖਾਣੀਆਂ ਦੇ ਘਟਾ ਘਟਾਂ ਵਿੱਚ ਅਦੁੱਤੀ ਬ੍ਰਹਮ ਹੀ ਵਿਆਪਕ ਹੋ ਰਿਹਾ ਜਾਣਨਾ ਕੀਤਾ ਹੈ। ਨਾਨਕ ਸਰਨ ਪਰਿਉ ਦੁਖ ਭੰਜਨ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਅਸੀਂ ਉਹ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਰਮਾਤਮਾ ਗੁਰੂ ਦੀ ਓਟ ਚ ਬਹਿਣਾ ਕੀਤਾ ਹੈ। ਅੰਤਰ ਬਾਹਰ ਭੇਖ ਹਜੂਰੇ। ਫਿਰ ਉਸੇ ਨੂੰ ਹੀ ਹਿਰਦੇ ਦੇ ਅੰਦਰ ਤੇ ਬਾਹਰ ਸੰਸਾਰ ਵਿੱਚ ਨੇੜੇ ਤੋਂ ਨੇੜੇ ਵੇਖਣਾ ਕੀਤਾ ਹੈ। ਬਿਲਾਵਲ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਬਿਲਾਵਲ ਰਾਗ ਵਿੱਚ ਇਹ ਅਗਲਾ ਸ਼ਬਦ ਉਚਾਰ ਰਹੇ ਹਨ। ਦਰਸ਼ਨ ਦੇਖਤ ਦੁਖ ਨਸੇ। ਇਹ ਮੇਰੇ ਪਰਮਾਤਮਾ ਤੇਰੇ ਦਰਸ਼ਨ ਦਿਦਾਰੇ ਦੇਖਦਿਆਂ ਹੀ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਦੋਸ਼ ਨਾਸ਼ ਹੋ ਜਾਂਦੇ ਨੇ। ਆ ਜਿਹੜੀ ਕਥਾ ਹੈ, ਕੀਰਤਨ ਹੈ, ਇਹਦੇ ਨਾਲੋਂ ਵੀ ਬਹੁਤ ਵਧੀਆ ਤੁਸੀਂ ਘਰ ਬੈਠੇ ਰਜਾਈ 'ਚ ਇੱਕ ਸੁੱਚ ਜਿਹਾ ਨੱਪ ਕੇ ਹੀ ਸੁਣ ਸਕਦੇ ਹੋ। ਏਡੀ ਦੂਰ ਠੰਡ 'ਚ ਆਉਣ ਦੀ ਲੋੜ ਹੀ ਨਹੀਂ। ਪਰ ਕਿਉਂ ਲੋੜ ਹੈ? ਕਿਉਂਕਿ ਦਰਸ਼ਨ ਥੋੜ੍ਹੇ ਹੋਣੇ ਨੇ। ਸੰਗਤ ਨੂੰ ਕਿਵੇਂ ਮਿਲਾਂਗੇ? ਗੁਰਸਿੱਖਾਂ ਦਾ ਆਪਸ ਦੇ ਵਿੱਚ ਜੋ ਡਿਸਕਸ਼ਨ ਗੁਰਮਤਿ ਦੀ ਵਿਚਾਰ, ਇੱਕ ਦੂਜੇ ਨੂੰ ਮੇਲ ਮਿਲਾਪ ਕਰਕੇ ਪ੍ਰੇਮ ਭਾਵ ਕਿਵੇਂ ਵਧੂਗਾ? ਗੁਰਦੁਆਰੇ ਗੁਰੂਆਂ ਨੇ ਬਣਾਏ ਹੀ ਇਸ ਵਾਸਤੇ ਹਨ ਕਿ ਇੱਕ ਦੂਜੇ ਨੂੰ ਆਪਾਂ ਮਿਲੀਏ, ਕੁਛ ਰੱਬ ਦੇ ਘਰ ਦੀ ਗੱਲ ਕਰੀਏ ਤੇ ਸੁਣੀਏ। ਭਾਈ ਪਾਰੋ ਜੀ ਨੇ ਪਹਿਲਾਂ ਮੇਲੇ ਨਹੀਂ ਸੀ ਹੁੰਦੇ, ਗੁਰਦੁਆਰੇ ਦੇ ਅੰਦਰ ਸਮਾਗਮ ਨਹੀਂ ਸੀ ਹੁੰਦੇ, ਸੰਗਤਾਂ ਆਉਂਦੀਆਂ ਸੀ, ਆਪਦੀ ਮਰਜ਼ੀ ਨਾਲ ਤੁਰ ਜਾਂਦੀਆਂ ਸਨ। ਸਭ ਤੋਂ ਪਹਿਲਾ ਜੋੜ ਮੇਲਾ ਭਾਈ ਪਾਰੋ ਨੇ ਸ਼ੁਰੂ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੂੰ ਆਖਿਆ, ਮਹਾਰਾਜ ਇੱਕ ਦੂਜੇ ਦਾ ਪਤਾ ਕਿਵੇਂ ਲੱਗੂਗਾ? ਤੇ ਇਸ ਵਾਸਤੇ ਕੋਈ ਦਿਨ ਮੁਕਰਰ ਕਰੋ। ਫਿਰ ਮਹਾਰਾਜ ਕਹਿੰਦੇ ਚਲੋ ਨਾਲੇ ਬੌਲੀ ਸਾਹਿਬ ਦਾ ਉਦਘਾਟਨ ਚੱਠ ਕਰਦੇ ਆ, ਨਾਲੇ ਸੰਗਤਾਂ ਬੁਲਾਉਂਦੇ ਆ। ਸਾਰਿਆਂ ਨੂੰ ਆਖਿਆ ਵੀ ਇੱਕੋ ਦਿਨ ਆਓ, ਇੱਕ ਦੂਜੇ ਦੇ ਦਰਸ਼ਨ ਹੋਣ, ਜਾਣਕਾਰੀ ਹੋਵੇ। ਆਏ ਮਿਲ ਗੁਰ ਸਿੱਖ, ਆਏ ਮਿਲ। ਘਰ 'ਚ ਆਪਾਂ ਇਕੱਲੇ ਬੈਠੇ ਰਹਾਂਗੇ ਤੇ ਇਹ ਜਿਹੜਾ ਆਨੰਦ ਗੁਰਦੁਆਰੇ ਦਾ ਹੈ ਘਰ ਬੈਠੇ ਨਹੀਂ ਆਊਗਾ, ਕਿਉਂਕਿ ਉਹ ਮਨ ਦੀ ਇਕਾਗਰਤਾ ਨਹੀਂ ਬਣਦੀ। ਕਥਾ ਭਾਵੇਂ ਸੋਹਣੀ ਹੁੰਦੀ ਇਹਦੇ ਨਾਲ, ਪਰ ਇੱਥੇ ਭਗਤੀ ਦੀਆਂ ਤਰੰਗਾਂ ਕੁਦਰਤੀ ਤੌਰ ਤੇ ਧਰਤੀ ਦੀ ਖਿੱਚ ਹੁੰਦੀ ਜਿੱਥੇ ਸਾਹਿਬਾਂ ਦਾ ਪ੍ਰਕਾਸ਼ ਹੁੰਦਾ। ਤੋਂ ਮਹਾਰਾਜ ਦੇ ਦਰਸ਼ਨ ਕਰਨ ਤੋਂ ਸਾਡੀਆਂ ਅੱਖਾਂ ਨੇਤਰ ਸਫਲ ਨੇ। ਜਦ ਆਪਾਂ ਚੱਲ ਕੇ ਆਉਂਦੇ ਆ, ਚਰਨ ਚੱਲੋ ਮਾਰ ਗੋਬਿੰਦ, ਚਰਨ ਸਫਲੇ ਨੇ। ਬੈਠਣ ਤੋਂ ਸਮੁੱਚਾ ਸਰੀਰ ਸਫਲ ਹੁੰਦਾ। ਤੇ ਇਸ ਵਾਸਤੇ ਬਖਸ਼ੀਆਂ ਰੂਹਾਂ ਆਉਂਦੀਆਂ ਜਾਂਦੀਆਂ, ਮੱਥੇ ਲੱਗਦੀਆਂ। ਮਹਾਰਾਜ ਕਹਿੰਦੇ ਕਈ ਬਦ ਬਲਾਵਾਂ ਦਰਸ਼ਨ ਵੇਖਦਿਆਂ ਸਾਰ ਹੀ ਉਤਰ ਜਾਂਦੀਆਂ ਨੇ। ਕਈ ਵਾਰ ਸਟੇਜ ਤੋਂ ਪ੍ਰਚਾਰਕ ਵੀਰ ਇਹ ਬੋਲ ਦਿੰਦੇ ਹਨ ਕਿ ਜੇ ਤੁਸੀਂ ਮੰਨਣਾ ਨਹੀਂ, ਧਾਰਨ ਨਹੀਂ ਕਰਨਾ ਤਾਂ ਤੁਹਾਡੇ ਆਉਣ ਦਾ ਕੋਈ ਲਾਭ ਨਹੀਂ ਹੈ। ਲਾਭ ਤਾਂ ਮਿਲਦਾ ਹੀ ਹੈ ਭਾਵਨਾ ਦੇ ਮੁਤਾਬਕ। ਸਮਾਂ ਦਾ ਸਫਲ ਹੁੰਦਾ, ਦਰਸ਼ਨ ਕਰਨੇ ਹੀ ਬੜੇ ਦੁਰਲਭ ਹਨ। ਪਾਤਸ਼ਾਹ ਨੇ ਇੱਥੋਂ ਤੱਕ ਲਿਖਿਆ, ਜਿਹਦੀ ਮਨ ਵਿੱਚ ਸ਼ਰਧਾ ਹੈ ਸੋ ਕਮਾਈ ਕਰਨੀ ਤਾਂ ਬਾਅਦ ਦੀ ਬਾਤ ਹੈ। ਕੇਵਲ ਦਰਸ਼ਨਾਂ ਦੇ ਨਾਲ ਹੀ ਤੇ ਮੱਥਾ ਟੇਕਣ ਤੋਂ ਹੀ ਕਿੰਨੀਆਂ ਬਖਸ਼ਿਸ਼ਾਂ ਮਿਲਦੀਆਂ। ਭੱਟਾਂ ਨੇ ਸਵਈਆਂ ਦੇ ਵਿੱਚ ਉਚਾਰਿਆ, ਗੁਰ ਅਮਰਦਾਸ ਪਰਸੀ ਹੈ
ओहम पातक बनास है। गुर अमरदास परसीय सिद्ध साधक आसास। गुर अमरदास परसीय ध्यान लहिए पौ मुकहे। गुर अमरदास परसीय अपौ लभै गौ चुकहे। एक बिन दो गण जो तौ रहै। जास मंत्र मानवै लहै। जाल पा पदार्थ इतड़े। गुर अमरदास डिठै मिल है। जालप भट्ट जी शरधा जनाते ने कि जिन्हें तुहानू कह के सुनाए ने इन्ने पदार्थ तां श्री गुरु अमरदास जी के दर्शन करन तो ही मिल जाते हैं। ते जिहड़े बैठ के सेवा करके कमाई करते हैं उन्हां दी तां भला की कहने। साडियां अखां गुरु जी के दर्शन करदियां ते गुरु जी की जिहड़ी किरपा भरी निगाह साडे ते पैंदी है जिहदे नाल भला हुंदा है। गुरु जी की निगाह दे विच अमृत है। अमै दृष्ट शुभ कर जो माड़िया तो चंगे बनाउंदी है अमृत दृष्टि। अमै दृष्ट शुभ कर हरै अग पाप सकल मल। काम क्रोध अर लोभ मोह वस कर सब है बल। सदा सुख मन वसै दुख संसार खोवै। गुर नव निध धरी आओ जन्म हम काल खत होवै। सुखाहो टल गुर सेविय अहनिस सहज सुभाय। दर्शन परसे गुरु के दर्शन अखां नाल करीदे ने परसीदा हत्थां दे नाल। जद मत्था टेकन लगिया आपां हथ हेठां लाउणे भावना होनी चाहिए कि महाराज दे चरनां ते साडे हथ आ रहे ने। दर्शन परसे गुरु के जन्म मरण दुख जाए। जमण मरण के दुख भी चले जाते हैं। बाकी तो बहुत छोटी बात है। इसलिए पातशाह फरमाउंदे ने दर्शन देखत दोखन से। दर्शन वेखदियां सार ही काम क्रोध शब्द स्पर्श रूपी दोष नाश हो जाते हैं। जिहड़े बाणी पढ़ते ने बैठ के नितनेम करते ने कथा कीर्तन सुनते गुरु साहब के घर की सेवा करते हैं उन्हां बारे तो कोई शंका कर ही नहीं सकता कि दोष नहीं नसणगे। महाराज ने आख्या जो जो सुने कथा हर कीर्तन ताकि दुर्मत नाश। जिहड़ी खोटी माता आपां चुक्की फिरदे आ नशियां ते विशियां वाली बुरे पासे जिहड़ी सानू लाई जाती है वो कुदरती महाराज दे कीर्तन कहण तो ते सुण तो जस करन तो नाश हो जाती है। जो जो कथा सुने हर कीर्तन ताकि दुर्मत नाश। सगल मनोरथ पावै नानक पूर्ण होवै आस। सारे मन के मनोरथ पातशाह कहते प्राप्त कर लईदे हन। आस मुराद भी पूरी हो जाती है। कबहू ना हो दृष्टियां गोचर। इसलिए हे मेरे परमात्मा जे तू तुठा कृपा निधान ना दूजा विखाल। यह पाई मुँह दातड़ी नित हृदय रखा समा। मैं ये दात तेरे घर विचों पावां कि मैं तेरे चरणों दे विच खड़ा रवां गल च परना पा के। तू साडी दृष्टि निगाह तो कदे भी ओले ना हो। जरूरी नहीं भी आप महाराज की हजूरी च दर्शन करने ने। एक तो प्रतख दर्शन ने जो आप हमेशा नहीं कर सकते। कितना चिर बंदा इत्थे रह सकता खलो सकता। आखिर कुछ समय बाद पंजा तत्तां दा शरीर है ते बहुता समा शरीर नहीं निभ सकता। खंड पाठी भी 2 घंटिया बाद चेंज हो जाता है। सहज पाठ भी 2 बंदे करन तां आनंद बनदा ते औखा है। हमेशा महाराज के दर्शन करने बड़े कठिन नहीं असंभव हैं। सो दर्शन का भाव यह है कि एक बार दर्शन कर लैन तो उही स्वरूप हृदय च वस जाना।
यही बेनती करिए महाराज आप दे दर्शन जो असी अमृत वेले करके जाते हैं सारी दिहाड़ी वसे रहन ते जे शामां नूं बख्श दिओ ते सारी रात दर्शन वसे रहन। वस मेरे प्यारे वस मेरे गोविंद हर कर कृपा मन वस जियो। ये फिलासफी है गुरमत दी। की समझिया दर्शन का भाव की है? किनू आपां दर्शन कहते हैं? गुरबाणी दे दर्शन गुरबाणी नूं पढ़ना है, गुरबाणी नूं विचारना है। तो इस वास्ते जो धुर की बाणी नूं पढ़ी जाना विचारी जाना या वाहिगुरु नाम भी गुरु साहब के दर्शन वाहो वाहो बाणी निरंकार है। जो वाहिगुरु नाम नूं हिरदे च वसाउणा। कई फोटो का ध्यान धरते हैं, मैं तो फोटो नूं उक्का ही चंगा नहीं समझदा, मैनूं माफ करना। ये गल सही है भी याद तो आ जाती है गुरु नानक साहब की, गुरु गोबिंद सिंह की, ते पर जिहड़ियां फोटोआं कलाकारां चित्रकारां बनाईयां वो गल नहीं बनी। आम लोग जिहदा ध्यान धरते ने वो गुरु नानक साहब की दस्तार इउं है जिद्दां टोपी रखी होवे। मैनूं माफ़ी देनी, मेरे ख्याल मुताबिक दस्तार महाराज की जट्टां वाली हुंदी होगी, जिहड़ा आम कम्मां कारां वाले मूँह जबानी बनदे ने। ते वो टोपी की शक्ल दाढ़ी छोटी जी मूँह भी छोटा जिहा इस तरह नहीं होगा। कलाकार कोलों वो नई चीज़ बनी। जो गुरु गोबिंद सिंह की दाढ़ी बनाई है वो भी ऐ है भी जिस तरह कोई चीज़ ला के उन्होंने चंगी तरह सवारिया हो, वो नैचुरली नहीं जापदी। शोभा सो चित्रकार ने पहला तो चेहरा ही काला बनाता, फिर लोगों ने आख्या वो चेहरे नूं तां सवारता, वो दाढ़ा उस तरह ही रहन दा। तो गुरु नानक साहब की फोटो जी बनाई है शोभा सोहने, वो बाबत काफ़ी वाद कनेडा वाले अमरीका वाले सिखा ने उठाया भी इन्हें आपकी तस्वीर बना दी, जिस तरह की आपकी उस तरह की बनाती। तो इस तरह ये तो वो मन दियां भावनावां हैं, असली चित्र नहीं है। असली चित्र केड़ा है? गज के कह दो सतनाम श्री वाहिगुरू वावे कन्ना हाहे से हरी गग्गी औंकड़ ते रारे दलैंकड़। ये जिहड़े अखर ने यही असल है। बल्कि कई प्रेमी जिहड़े उच्ची अवस्था वाले गुरमुख ने तो वो कहते ने भी अखर भी बदल जाते हैं। पंजाबी दे होर ने, जे कोई हिंदी पढ़िया है हिंदी दे गुटके हैं वो हिंदी च होर होणगे, इंग्लिश दे वर्ड वो भी होर होणगे। फिर जे अखरां दा भी ध्यान करो, लिखे भावें मारे ने गुरमुखी च ने ते पर जिन्हां नूं पंजाबी नहीं आउंदी वो हिंदी अंग्रेजी दे चेंज हो जाणगे। ये भी सथाई नहीं है। जिहड़े पत्रे ने जिल्द है ते अखर हन, इहदे च गुरु साहब की सोच सांभी हुई होण करके इन्हां दा सत्कार है। एक अवस्था विच आके वो अखर इन्हां ना है, सो अखरां तो भी उपर महाराज पहुँच जाता। जिहड़ी सुरती बरती है अखरां तो उपर चली जाती है, जिहदे विच अखरां दे विच भी बयान नहीं किया जा सकता। अंत ना अंता सदा भी अंता कहो नानक ऊंचो ऊंचा। जिवें हथ दे पूरे जोर नाल खिडारी गोला सुटदे ने, हथ या खिडारी गोले दे नाल नहीं दौड़दा, पर जोर दे नाल मारिया होया गोला निशाने से ठा करके वजदा। क्यों जिहड़ी गुरबाणी है अखरां दे विच लिखी है, अखरां दे बल दे नाल जिहड़ी बिरती है वगाह मारदी महाराज दे चरनां च। उत्थे आप भावें अखर नहीं पहुँचते, उत्थे तां केवल ध्यान ही है। कई बार मैं सोचता हुंदा, बड़े चिर बाद समझ आई भी जिहड़ा छोटा बच्चा है कहंदे माता दी उदर चो नाम जपदा है, वो किहड़ा नाम जपदा होगा? क्योंकि ना तो हिंदू है, ना वो मुसलमान है, ते ना ही वो सिख है। ये तो बाद दी गल्लां ने। ते फिर उन्होंने कोई बोली भी नहीं होती है, कोई अंग्रेजी नहीं उन्होंने, कोई पंजाबी नहीं, कोई हिंदी नहीं, ते फिर वो जबान भी बोल नहीं सकती है।
सवाल ये पैदा होता है कि जिहड़ा बच्चा है कहंदे ने मात गर्भ में अपन सिमरन दी वो सिमरन करदा किवें है। ये सवाल बार बार मन च घूमदा सीगा। महापुरखों की संगत चों जो सोझी आई इहदा उत्तर यह है भी उत्थे अखर नहीं है, कोई उत्थे बोली नहीं है, कोई पंजाबी नहीं, अंग्रेजी नहीं, कोई हिंदी नहीं, ओहदी विचारे की जबान ही नहीं काम करदी, बोल के थोड़ो करदा। धुनी दे विच नाभी दे विच ऐटोमैटिक सिमरन चल रहा, ओहदी आवाज़ आ रही है ते वो जिहड़ी धुन है धुन दे विच ओहदा ध्यान है। धुन में ध्यान, ध्यान में जानिया गुरमुख अकथ कहानी, प्रकाश दे उहनूं दर्शन हुंदे ने ते ओह चिट चटान चानण दे विच ही आपदे जन्मां नूं वेखदा ते डरदा मारा ओह ध्यान दे विच ही आपदी बिरती लाई रखदा है। फिर जम्मण तो बाद लिव छुड़की लगी तृष्णा, वाहिगुरू नूं लभदा भी कित्थे गवाच गया। एकदम काल खा जाती, हनेरा आ जाता, अखां अगे सिर पौ जाता, माया का प्रभाव पै जाता, दिमाग उल्टा पुलटा हो जाता। फिर वो लभदा वो चीज़ लभदी नहीं, विचों गर्भ निकल आया खसम सार दुनी चित लाया। तो इसलिए सिमरन का मतलब है याद। याद दे विच जदों असीं आपदी भैन नूं याद करदे हां, भैन आपदे भरा नूं याद करदी है, जरूरी नहीं भी अखरां दे नाल ओह उच्ची उच्ची बोले, ओहदी बिरती सुरती भी इतनी कायम है ते वो आपदी बिरती दे नाल ही इहनूं याद रखदी है। तो इस वास्ते जिहड़े महाराज दे दर्शन ने वो प्रकाश रूप हैं। तिथे लो लो आकार जिव जिव हुक्म तवै तिवकार, जिथे प्रकाश की प्राप्ति हो गई वो असल च दर्शन ने, वो चेंज नहीं होंगे। तो बाकी जड़ियाँ फोटोआं दे दर्शन ने या अखरां दे हन ये अवस्था तो अगे दी अगे बदलते रहिंदे ने। जो गुरु साहब ने शरीर धारे ने वो भी असली नहीं है। तो महाराज ने आपके उपदेश दे विच उचारिया है कि शब्द मिले से विछड़े नाही, शरीरां दा मिलना ते विछड़ना बनिया है। शरीर बदलते रहिंदे ने पर जिहड़ी जोत दे दर्शन हन सब में जोत जोत है सोए, प्रकाश दे दर्शन ये असल दर्शन हन। जब हम होते तब तू नाही, अब तू ही मैं नाही, अनल अगम जैसी लहर में उदद जल केवल जल माही। जो ऐसे प्रकाश के दर्शन हैं सो महाराज दे धुन में ध्यान ये प्रकाश की प्राप्ति हुई। ऐसे दर्शन देखदियां ही सारे दोष नस जाते हैं। ब्रह्म ज्ञानी के मन में कोई विकार नहीं होंदा। साडे मन च विकार फुरदे ने, उन्हां दे मन में विकारां तो सो रहत हो के खात्मा हुंदा ते केवल प्रकाश ही प्रकाश रह जांदा। कबो ना होवो दिष्टि गोचर, इसलिए हे मेरे परमात्मा साडी जगह तो कदे भी प्रकाश ओले ना कर। यह ज्ञान प्रकाश अज्ञान मिटंत, अज्ञान दा हनेरा दूर करके ये वाहिगुरु ज्ञान दा प्रकाश कर, आपदा आश्चर्य स्वरूप साडे हृदय विच प्रगट कर। जी कै संग बसे, साडे जी हृदय दे नाल तू वसदा रहो जी। वस मेरे प्यारिया वस मेरे गोविंद, हर कर कृपा मन वस जियो। विश्राम देकर फरमान कर देने प्रीतम प्राण आधार सुआमी। ये प्यारे परमात्मा तू साडे प्राणा स्वासा जिंदगी दा आसरा ते साडा मालक है। पूर रहे प्रभ अंतर जामी, ये अंदर दी जानन वाले परमात्मा तू सारे परिपूर्ण हो रहा मिल रहा है। जल थल महियल पूरिया स्वामी सिरजनहार, अनक भांत हुए पसरिया नानक कंकार। क्या गुण तेरे सार समारी, हे परमात्मा मैं तेरे केड़े केड़े गुणा दी सार नूं संभालना करा। तेरे कवन कवन गुण कह कह गावा, तू साहिब गुणी निधाना। तुमरी महिमा भर न सको, तू ठाकुर उच भगवान। केड़े श्रेष्ठ गुणा नूं याद करा, भाव तेरे बेअंत गुण हन। सांस
ਸਾਸ ਪ੍ਰਭ ਤੁਝਹ ਚਿਤਾਰੀ। ਇਹ ਪ੍ਰਮਾਤਮਾ ਮੈਂ ਹਰੇਕ ਸਵਾਸ ਤੈਨੂੰ ਯਾਦ ਕਰਦਾ ਰਹਾ। ਇਹ ਤੇਰੇ ਚਰਨਾਂ ਵਿੱਚੋਂ ਮੈਨੂੰ ਦਾਤ ਮਿਲੇ। ਸਾਸ ਸਾਸ ਸਿਮਰੂ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਕਰ ਕਿਰਪਾ ਨਿਧ ਪ੍ਰਭ ਦੀਨ ਦਇਆਲਾ। ਇਹ ਕਿਰਪਾ ਮਿਹਰ ਦੇ ਖਜ਼ਾਨੇ ਸਮੁੰਦਰ ਪ੍ਰਮਾਤਮਾ ਤੂੰ ਗਰੀਬਾਂ ਦੇ ਉੱਪਰ ਦਿਆਲਤਾ ਕਰਨੇ ਵਾਲਾ ਹੈ। ਜੀ ਜੰਤ ਕੀ ਕਰਹੁ ਪ੍ਰਤਪਾਲਾ। ਸਾਰੇ ਅਸਤੂਲ ਜੀਆਂ ਤੇ ਸੂਖਮ ਜੀਵਾਂ ਦੀ ਤੂੰ ਹੀ ਪ੍ਰਤਪਾਲਨਾ ਕਰਦਾ ਹੈ, ਜਿਹੜੇ ਦਿਖਦੇ ਵੀ ਨਹੀਂ। ਸੈਲ ਪੱਥਰ ਮੈਂ ਜੰਤ ਉਪਾਏ ਤਾ ਘਰ ਰਿਜਕ ਆਗੇ ਕਰ ਧਰਿਆ। ਖੁਸ਼ਕ ਪੱਥਰਾਂ ਦੇ ਵਿੱਚ ਇੱਕ ਤੇ ਪੱਥਰ ਪਾਣੀ ਵਾਲੇ ਹੁੰਦੇ ਨੇ, ਜਿਸ ਤਰ੍ਹਾਂ ਹੇਮਕੁੰਟ ਸਾਹਿਬ ਦੀ ਪਹਾੜੀ ਪਾਣੀ ਵਾਲੀ ਹੈ, ਉਹਦੇ ਚੋਂ ਝਰਨੇ ਵਗਦੇ ਨੇ। ਇੱਕ ਖੁਸ਼ਕ ਪੱਥਰ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਜੀ ਪੈਦਾ ਕਰਕੇ ਤੇ ਵੇਖੋ ਉਹਨਾਂ ਦੀ ਰੋਜੀ ਰੋਟੀ ਬਣਾਈ ਹੋਈ ਹੈ। ਪਤਾ ਨਹੀਂ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ। ਮੈਂ ਸੁਣਿਆ ਕਿ ਆ ਜਿਹੜੀ ਕੋੜ ਕਰਲੀ ਹੈ ਸ਼ਿਵਕਲੀ, ਇਹ ਪਾਣੀ ਪੀਂਦੀ ਹੋਈ ਨਹੀਂ ਕਹਿੰਦੇ ਸਾਰੀ ਉਮਰ। ਤੋ ਜਿਸ ਤਰ੍ਹਾਂ ਦਾ ਉਹਨੂੰ ਬਣਾਇਆ ਉਸ ਤਰ੍ਹਾਂ ਦਾ ਹੀ ਸਾਰਾ ਕੁਛ ਉਹਦਾ ਸਿਸਟਮ ਬਣਾਤਾ। ਆ ਜਿਹੜੀਆਂ ਮੱਛੀਆਂ ਨੇ ਕਹਿੰਦੇ ਇਹਨਾਂ ਦੀ ਅੱਖਾਂ ਦੀਆਂ ਪਲਕਾਂ ਹੀ ਨਹੀਂ ਹੁੰਦੀਆਂ। ਤੋ ਇਸ ਵਾਸਤੇ ਉਹ ਪਰਮਾਤਮਾ ਦੀ ਖੇਡ ਹੈ। ਸੋ ਜੀਆ ਜੰਤ ਜਿਹਦੇ ਚ ਪੈਦਾ ਕੀਤੇ ਉਸ ਤਰ੍ਹਾਂ ਦਾ ਹੀ ਉਹਨਾਂ ਦਾ ਸੁਭਾਅ ਬਣਾ ਦਿੱਤਾ, ਸਾਰਿਆਂ ਦੀ ਪਾਲਣਾ ਕਰਦਾ ਹੈ। ਆਠ ਪੈਰ ਤੇਰਾ ਨਾਮ ਜਨ ਜਪੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅੱਠੇ ਪੈਰ ਇੱਕ ਤੇ ਲਿਵੈ ਮੰਨੇ ਨ ਹੁਕਮ ਅਪਾਰ। ਅੱਠੇ ਪੈਰ ਮੈਂ ਜਨ ਭਾਵ ਦਿਨ ਰਾਤ ਤੇਰਾ ਨਾਮ ਜਪਦਾ ਰਹਿੰਦਾ ਹੈ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਇਹ ਕਿਰਪਾ ਦੀ ਨਿਸ਼ਾਨੀ ਹੈ। ਕਿਰਪਾ ਤੋਂ ਬਗੈਰ ਤਾਂ 5 ਮਿੰਟ ਵੀ ਔਖਾ ਹੋ ਜਾਂਦਾ ਹੈ। ਨਾਨਕ ਪ੍ਰੀਤ ਲਾਈ ਪ੍ਰਭ ਆਪੇ। ਸਾਡੇ ਮਨ ਵਿੱਚ ਹੰਕਾਰ ਨਾ ਆਵੇ ਵੀ ਮੈਂ ਜਪਦਾ। ਕਹਿੰਦੇ ਹੇ ਪ੍ਰਮਾਤਮਾ, ਗੁਰੂ ਸਾਹਿਬ ਫਰਮਾਉਂਦੇ ਵੀ ਤੂੰ ਆਪ ਹੀ ਸਾਡੇ ਮਨ ਵਿੱਚ ਪ੍ਰੀਤੀ ਇਹ ਲਿਵ ਲਾਉਣਾ ਕੀਤੀ ਹੈ। ਮੂਹ ਲਾਲਣ ਸਿਉ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ, ਐਸੀ ਵਾਧੋ ਖਿੰਚ ਧਨੀ। ਤੋ ਇਹ ਆਪ ਹੀ ਤੂੰ ਸਾਨੂੰ ਖਿੱਚ ਪਾਈ ਹੋਈ ਹੈ, ਆਪਦੇ ਚਰਨਾਂ ਦੀ ਪ੍ਰੀਤੀ ਆਪ ਲਾਈ ਹੋਈ ਹੈ। ਇਹ ਕੋਈ ਮਨ ਦੇ ਮਾਣ ਦੀ ਬਾਤ ਨਹੀਂ। ਜਿੱਥੇ ਕਿਰਪਾ ਕਰਦਾ ਉਹਦੀ ਸੁਰਤੀ ਵਰਤੀ ਕਾਇਮ ਕਰ ਦਿੰਦਾ ਹੈ। ਇੱਥੇ ਸਮਾਪਤੀ ਕਰਦੇ ਹਾਂ ਜੀ। ਵਿਚਾਰ ਕਰਦੇ ਹਾਂ, ਭੁੱਲਾਂ ਚੁੱਕਾਂ ਹੋਈਆਂ ਕਿਰਪਾ ਕਰਕੇ ਮਾਫ ਕਰਨਾ, ਅੱਗੇ ਤੋਂ ਸਮਤ ਬਖਸ਼ਣੀ। ਆਠ ਪਹਿਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤਾ ਲਾਈ ਪ੍ਰਭ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।